ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਾਦ ਪੰਕਜ ਬੰਦਨ, ਪਦ ਪੰਕਜ ਬੰਦਨ, ਸਿਮਰੋ ਅੰਗਦ ਦੋਖ ਨਿਕੰਦਨ, ਅਮਰ
ਲੱਗਦਾ, ਨਾਮ ਨਹੀਂ ਜਪਦਾ, ਫਿਰ ਉਸ ਨੂੰ ਅਗਲੇ ਜਨਮ ਦੇ ਵਿੱਚ 84 ਲੱਖ ਜੂਨੀ ਵਿੱਚ ਪੈਣਾ ਪੈਂਦਾ ਹੈ। ਅਗਲੀ ਵਾਰ ਉਹ ਜਦ 84 ਲੱਖ ਜੂਨੀ ਨੂੰ ਹਟਦਾ ਹੈ ਅਤੇ ਫਿਰ ਉਹ ਇਸ ਤਰ੍ਹਾਂ ਦੇ ਹੀ ਕਰਮ ਕਰਦਾ ਹੈ, ਵਾਹਿਗੁਰੂ ਜੀ ਨੂੰ ਨਹੀਂ ਜਪਦਾ, ਫਿਰ 84 ਲੱਖ ਜੂਨੀ ਵਿੱਚ ਪੈ ਜਾਂਦਾ ਹੈ। ਪਰ ਲੋਕ ਦੇ ਵਿੱਚ ਵੀ ਉਸ ਨੂੰ ਬੜਾ ਹੀ ਜ਼ਿਆਦਾ ਕਸ਼ਟ ਸਹਿਣਾ ਪੈਂਦਾ ਹੈ। ਜਿਹੜੇ ਜੰਮ ਹੁੰਦੇ ਹਨ ਉਹ ਲੋਹੇ ਦੇ ਨਿੱਕੇ ਨਿੱਕੇ ਪੀਸ ਗਰਮ ਕਰਕੇ ਮੂੰਹ ਦੇ ਵਿੱਚ ਪਾਉਂਦੇ ਹਨ। ਜਮਾਂ ਦੀਆਂ ਜਿਹੜੀ ਮਾਰ ਹੈ ਉਹ ਸਹਿਣੀ ਪੈਂਦੀ ਹੈ। ਸੋ ਜਿਨ੍ਹਾਂ ਨੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਨਹੀਂ ਧਿਆਇਆ, ਸੋ ਉਹਨਾਂ ਦੇ ਲਈ ਦੁੱਖਾਂ ਦੇ ਭੰਡਾਰ ਹਨ, ਉਹਨਾਂ ਦੇ ਲਈ ਦੁੱਖਾਂ ਦੇ ਭੰਡਾਰ ਹੀ ਭਰੇ ਪਏ ਹਨ। ਉਹਨਾਂ ਦੇ ਉੱਤੇ ਦੁੱਖਾਂ ਦੇ ਪਹਾੜ ਵੀ ਟੁੱਟ ਪੈਂਦੇ ਹਨ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਪਾਰ ਬਣਾ। ਜਿਨ੍ਹਾਂ ਨੇ ਵਾਹਿਗੁਰੂ ਜੀ ਨੂੰ ਪਾਇਆ ਹੈ, ਵਾਹਿਗੁਰੂ ਜੀ ਦਾ ਸਿਮਰਨ ਕੀਤਾ ਹੈ, ਉਹ ਬੜੇ ਹੀ ਵੱਡੇ ਹਨ, ਉਹਨਾਂ ਦੇ ਬੜੇ ਹੀ ਵੱਡੇ ਭਾਗ ਹੋ ਜਾਂਦੇ ਹਨ। ਸਾਰੀ ਹੀ ਦੁਨੀਆ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦੀ ਹੈ, ਸਾਰੇ ਹੀ ਉਹਨਾਂ ਨੂੰ ਸਤਿਕਾਰ ਦਿੰਦੇ ਹਨ। ਹਰ ਦਰਸ਼ਨ ਕੋ ਮਨ ਲੋਚਦਾ, ਨਾਨਕ ਪਿਆਸ ਮਨਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਦਰਸ਼ਨਾਂ ਨੂੰ ਮੇਰਾ ਮਨ ਲੋਚਦਾ ਹੈ, ਕਿਉਂਕਿ ਮੇਰੇ ਮਨ ਵਿੱਚ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਬੜੀ ਜ਼ਿਆਦਾ ਪਿਆਸ ਹੈ। ਉਹ ਜਦ ਵਾਹਿਗੁਰੂ ਅਕਾਲ ਪੁਰਖ ਜੀ ਦੇ ਮਿਲ ਜਾਂਦੇ ਹਨ ਤਾਂ ਉਹ ਪਿਆਸ ਤਾਂ ਮਿਟ ਜਾਂਦੀ ਹੈ, ਪਰ ਜਿਹੜਾ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਆਨੰਦ ਆਉਂਦਾ ਹੈ ਨਾ, ਉਹ ਬਹੁਤ ਜ਼ਿਆਦਾ ਮਿੱਠਾ ਹੁੰਦਾ ਹੈ, ਬੜਾ ਹੀ ਉਹ ਵਧੀਆ ਲੱਗਦਾ ਹੈ। ਇਸ ਲਈ ਜਦ ਜਿਹਨੂੰ ਵੀ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਵਾਹਿਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਹਨ, ਉਹ ਫਿਰ ਜਦ ਭਗਤੀ ਕਰਦਾ ਹੈ ਉਸਨੂੰ ਬੜਾ ਹੀ ਆਨੰਦ ਪ੍ਰਾਪਤ ਹੁੰਦਾ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਜਾ ਪਾਏ ਲਗਾਨ। ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਹੇ ਭਾਈ, ਨਿਮਰਤਾ ਨਾਲ ਇਹੋ ਬੇਨਤੀ ਕਰੋ ਕਿ ਜੇ ਸਾਨੂੰ ਮਹਾਂਪੁਰਸ਼ ਮਨੁੱਖਾ ਜਨਮ ਰੂਪ ਚੇਤ ਦੇ ਮਹੀਨੇ ਵਿੱਚ ਅਕਾਲ ਪੁਰਖ ਨਾਲ ਮਿਲਾ ਦੇ ਤਾਂ ਅਸੀਂ ਉਹਨਾਂ ਦੇ ਚਰਨੀ ਲੱਗ ਜਾਵਾਂਗੇ। ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਹੋਵੇ, ਉਹਨਾਂ ਦੇ ਭਗਤ ਸੰਤ ਜਨ ਸਾਰੇ ਹੀ ਸਾਨੂੰ ਵਾਹਿਗੁਰੂ ਜੀ ਨਾਲ ਮਿਲਾ ਦੇ, ਵਾਹਿਗੁਰੂ ਜੀ ਦੇ ਦਰਸ਼ਨ ਕਰਵਾ ਦੇ, ਫਿਰ ਤਾਂ ਸਾਡੇ ਬੜੇ ਹੀ ਵੱਡੇ ਭਾਗ ਹੋਣਗੇ। ਅਸੀਂ ਇਹਨਾਂ ਚਰਨਾਂ ਦੇ, ਅਸੀਂ ਉਹ ਸੰਤਾਂ ਦੇ ਚਰਨਾਂ ਤੇ ਵੀ ਮੱਥਾ ਰੱਖਾਂਗੇ, ਉਹਨਾਂ ਸੰਤਾਂ ਨੂੰ ਵੀ ਨਮਸਕਾਰ ਕਰਾਂਗੇ ਜਿਨ੍ਹਾਂ ਨੇ ਕਿ ਸਾਡੇ ਭਾਗ ਜਗਾ ਦਿੱਤੇ। ਸੋ ਇਹ ਕਥਾ ਸੀ ਜਿਹੜੀ ਚੇਤ
ਵਾਹਿਗੁਰੂ ਅਕਾਲ ਪੁਰਖ ਜੀ ਨੇ ਦਿੱਤੀ। ਗੁਰੂ ਘਰ ਦੀ ਮਰਿਆਦਾ ਹੈ ਕਿ 21ਵੇਂ ਦਿਨ ਜਾਂ 41ਵੇਂ ਦਿਨ ਮੁੱਖ ਭਾਗ ਜਦ ਲਈਦਾ ਹੈ ਤਾਂ ਉਸ ਵਕਤ ਨਾਮ ਜੋ ਵੀ ਅੱਖਰ ਆਉਂਦਾ ਹੈ ਉਸ ਤੋਂ ਨਾਮ ਰੱਖਦੇ ਹਨ। ਸੋ ਬਾਬਾ ਜੀ ਲਈ ਮੁੱਖ ਭਾਗ ਲਿੱਤਾ ਗਿਆ। ਅਕਾਲੀ ਫੂਲਾ ਸਿੰਘ ਸਾਹਿਬ ਜੀ ਦੇ ਲਈ ਫੱਫਾ ਅੱਖਰ ਆਇਆ, ਸੋ ਉਸ ਤੋਂ ਉਹਨਾਂ ਦਾ ਨਾਮ ਫੂਲਾ ਸਿੰਘ ਰੱਖ ਦਿੱਤਾ ਗਿਆ। ਸੋ ਵੱਡਾ ਘੱਲੂਘਾਰਾ ਜਦ ਹੋਇਆ, ਵੱਡੇ ਘੱਲੂਘਾਰੇ ਦੇ ਵਿੱਚ ਬਾਬਾ ਫੂਲਾ ਸਿੰਘ ਸਾਹਿਬ ਦੇ ਪਿਤਾ ਜੀ ਸ਼ਹੀਦ ਹੋ ਗਏ। ਜਾਂਦੇ ਜਾਂਦੇ ਆਪਣੇ ਪੁੱਤਰ ਨੂੰ ਆਪਣੇ ਦੋਹਾਂ ਭਾਈਆਂ ਦੇ ਹਵਾਲੇ ਕਰ ਗਏ। ਬਾਬਾ ਦਮਾ ਸਿੰਘ ਜੀ ਅਤੇ ਦੂਸਰੇ ਭਰਾ ਦੇ ਲੜ ਅਤੇ ਕਿਹਾ ਵੀ ਇਸ ਨੂੰ ਪੂਰੀ ਚੰਗੀ ਤਰ੍ਹਾਂ ਦਸਮ ਦੀ ਆਦਿ ਗ੍ਰੰਥ ਸਾਹਿਬ ਦੀ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕਰਵਾਉਣੀ ਹੈ ਅਤੇ ਪੂਰੀ ਚੰਗੀ ਤਰ੍ਹਾਂ ਇਸ ਨੂੰ ਯੋਧਾ ਤਿਆਰ ਕਰਨਾ ਹੈ ਅਤੇ ਸ਼ਹੀਦੀ ਪ੍ਰਾਪਤ ਕਰ ਗਏ। ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ ਨੇ ਸੋ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੂੰ ਸੰਥਿਆ ਕਰਵਾਈ, ਸ਼ਸਤਰ ਵਿਦਿਆ ਸਿਖਾਈ। ਸੋ ਉਸ ਵਕਤ ਜਦ ਬਾਬਾ ਜੀ ਥੋੜੇ ਜਿਹੇ ਵੱਡੇ ਹੋਏ, ਪੰਥ ਦੇ ਜਰਨੈਲ ਬਾਬਾ ਜੱਸਾ ਸਿੰਘ ਜੀ ਉਹ ਚੜ੍ਹਾਈ ਕਰ ਗਏ। ਉਹਨਾਂ ਤੋਂ ਉਪਰੰਤ ਸਾਰੇ ਹੀ ਪੰਥ ਦੀ ਨਿਗਾਹ ਬਾਬਾ ਨੈਣਾ ਸਿੰਘ ਜੀ ਤੇ ਪਈ। ਕਾਲੀ ਬਾਬਾ ਨੈਣਾ ਸਿੰਘ ਜੀ ਨੂੰ ਬੁੱਢੇ ਦਲ ਦੇ ਜਥੇਦਾਰ ਅਤੇ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੇਵਾ ਸੀ, ਜਥੇਦਾਰੀ ਸੀ, ਉਹ ਸੌਂਪ ਦਿੱਤੀ ਗਈ। ਸੋ ਉਸ ਤੋਂ ਉਪਰੰਤ ਬੜਾ ਚਿਰ ਜਿਹੜਾ ਪੰਥ ਸੀ ਆਪਸ ਦੇ ਵਿੱਚ ਹੀ ਲੜਦਾ ਰਿਹਾ। 12 ਮਿਸਲਾਂ ਬਣ ਗਈਆਂ। ਸ਼ੁਕਰ ਚੰਗੀਆਂ ਮਿਸਲ ਸੀ, ਭੰਗੀਆਂ ਦੀ ਮਿਸਲ ਸੀ। ਭੰਗੀਆਂ ਦੀ ਜਿਹੜੀ ਮਿਸਲ ਸੀ ਇਹ ਬੜੀ ਵੱਡੀ ਸੀ। ਇਸ ਦਾ ਭੰਗੀਆਂ ਦੀ ਮਿਸਲ ਦਾ ਜਿਹੜਾ ਰਾਜ ਸੀ ਉਹ ਅੰਮ੍ਰਿਤਸਰ ਸਾਹਿਬ ਵਿਖੇ ਸੀ। ਉਹਨੇ ਜਿਹਨੂੰ ਬਾਬਾ ਨੈਣਾ ਸਿੰਘ ਜੀ ਨੇ ਆਪਣੇ ਦਿਲ ਵਿੱਚ ਮਹਿਸੂਸ ਕੀਤਾ ਕਿ ਪੰਥ ਦੇ ਵਿੱਚ ਬੜੀ ਹੀ ਪੰਥ ਜੀ ਇਸ ਤਰ੍ਹਾਂ ਹੀ ਲੜਦਾ ਰਹੇਗਾ ਤਾਂ ਇਹ ਕਦੀ ਰਾਜ ਨਹੀਂ ਪਾ ਸਕੇਗਾ, ਕਿਉਂਕਿ ਉਸ ਵਕਤ 12 ਦੇ 12 ਮਿਸਲਾਂ ਆਪਸ ਵਿੱਚ ਲੜਦੀਆਂ ਸੀ। ਜੇ ਕਿਸੇ ਨੇ ਕੋਈ ਜ਼ਮੀਨ ਮੰਨ ਲੈਣੀ, ਦੂਸਰੀ ਮਿਸਲ ਨੇ ਆ ਜਾਣਾ, ਕਹਿਣਾ ਮੈਂ ਮਿਸਲ ਇਹ ਤੈਅ ਜਗ੍ਹਾ ਲੈਣੀ ਹੈ। ਸੋ ਇਸ ਤਰ੍ਹਾਂ ਬੜੀ ਲੜਾਈਆਂ ਹੁੰਦੀਆਂ ਸਨ। ਬਾਬਾ ਨੈਣਾ ਸਿੰਘ ਜੀ ਨੂੰ ਇਹ ਬਿਲਕੁਲ ਚੰਗਾ ਨਹੀਂ ਸੀ ਲੱਗਦਾ। ਅੰਮ੍ਰਿਤਸਰ ਵਿਖੇ ਵੀ ਜਿਹੜੇ ਭੰਗੀਆਂ ਦੀ ਮਿਸਲ ਸੀ ਉਹਨਾਂ ਦੇ ਵਿੱਚ ਕਈ ਜਿਹੜੇ ਸਨ ਉਹਨਾਂ ਨੇ ਬਾਣਾ ਦਾ ਚੋਲਾ ਹੀ ਪਾਇਆ ਹੁੰਦਾ ਸੀ, ਪਰ ਉਹ ਬੜਾ ਲੁੱਟਦੇ ਸਨ ਸਾਰਿਆਂ ਨੂੰ। ਸੋ ਇਸ ਤਰ੍ਹਾਂ ਕਰਦੇ ਕਰਦੇ ਬਾਬਾ ਨੈਣਾ ਸਿੰਘ ਜੀ ਨੇ ਵੀ ਬੜਾ ਦੁੱਖ ਮਹਿਸੂਸ ਕੀਤਾ। ਸੋ ਉਸ ਵਕਤ ਅੰਮ੍ਰਿਤਸਰ ਦੀ ਸੰਗਤ ਨੂੰ ਪਤਾ ਲੱਗਾ ਕਿ ਚਰਕ ਸਿੰਘ ਦਾ ਪੋਤਾ, ਮਹਾਂ ਸਿੰਘ ਦਾ ਪੁੱਤਰ, ਮਹਾਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਹਨੇ ਕਿ 19 ਸਾਲ ਦੀ ਉਮਰ ਦੇ ਵਿੱਚ ਭਾਰਤ ਜ਼ਮਾਨੇ ਦੇ ਵਿੱਚ ਲਾਹੌਰ ਫਤਿਹ ਕਰ ਲਿਆ ਹੈ। ਸੋ ਉਹਨਾਂ ਨੇ ਚਿੱਠੀ ਭੇਜੀ ਕਿ ਤੁਸੀਂ ਅੰਮ੍ਰਿਤਸਰ ਆ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਚਿੱਠੀ ਲਿਖੀ ਕਿ ਤੁਸੀਂ ਅੰਮ੍ਰਿਤਸਰ ਦਾ ਰਾਜ ਭਾਗ ਸੰਭਾਲੋ। ਮਹਾਰਾਜਾ ਰਣਜੀਤ ਸਿੰਘ ਜੀ ਨੇ ਆ ਕੇ ਅੰਮ੍ਰਿਤਸਰ ਨੂੰ ਘੇਰਾ ਪਾ ਲਿਆ ਅਤੇ ਉਧਰਲੇ ਪਾਸਿਓਂ ਮਾਈ ਦੇਸਾ ਸੀ ਇੱਕ, ਉਹ ਬੜਾ ਹੀ ਅੜੀਅਲ ਸੁਭਾਅ ਦੀ ਸੀ। ਉਸਨੇ ਭੰਗੀਆਂ ਨੂੰ ਕਿਹਾ ਕਿ ਤੋਪਾਂ ਤਿਆਰ ਕਰੋ, ਆਪਾਂ ਰਣਜੀਤ ਸਿੰਘ ਦੇ ਨਾਲ ਲੜਾਂਗੇ। ਸੋ ਦੋਵੇਂ ਪਾਸੋਂ ਤੋਪਾਂ ਤਿਆਰ ਹੋ ਗਈਆਂ। ਇੱਧਰੋਂ ਬਾਬਾ ਨੈਣਾ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਜਾ ਕੇ ਇਹ ਲੜਾਈ ਰੋਕੋ, ਕਿਉਂਕਿ ਗੁਰੂ ਕੀ ਨਗਰੀ ਦੇ ਵਿੱਚ ਆਪਾਂ ਖੂਨ ਦਾ ਹੋਲਾ ਨਹੀਂ ਖੇਡਣਾ। ਬਾਬਾ ਫੂਲਾ ਸਿੰਘ ਸਾਹਿਬ ਜੀ ਤਲਵਾਰ ਕੱਢ ਕੇ ਕੁਝ ਕੁ ਫੌਜਾਂ ਨੂੰ ਨਾਲ ਲੈ ਕੇ, ਖਾਲਸੇ ਦਾ ਇਕਦਮ ਨਾਲ ਲੈ ਕੇ ਦੋਵਾਂ ਘਰਾਂ ਦੇ ਵਿੱਚ ਜਾ ਕੇ ਖੜੇ ਹੋ ਗਏ। ਦੋਵਾਂ ਨੂੰ ਵੀ ਬੜੀਆਂ ਲਾਹਨਤਾਂ ਪਾਈਆਂ, ਸ਼ੇਰੇ ਪੰਜਾਬ ਨੂੰ ਵੀ, ਮਾਈ ਦੇਸਾਂ ਨੂੰ ਵੀ, ਕਿ ਤੁਸੀਂ ਗੁਰੂ ਕੀ ਨਗਰੀ ਦੇ ਵਿੱਚ ਖੂਨ ਦਾ ਹੋਲਾ ਕੱਢਣ ਲੱਗੇ ਹੋ। ਸੋ ਮਹਾਰਾਜਾ ਰਣਜੀਤ ਸਿੰਘ ਜੀ ਤਾਂ ਬੜੇ ਹੀ ਜ਼ਿਆਦਾ ਮੰਨਦੇ ਸਨ ਅਕਾਲੀ ਫੂਲਾ ਸਿੰਘ ਜੀ ਦੀ ਗੱਲ। ਫਿਰ ਦੋਵੇਂ ਤਰ੍ਹਾਂ ਕਹਿਣ ਲੱਗੇ ਕਿ ਬਾਬਾ ਜੀ ਜੋ ਤੁਸੀਂ ਫੈਸਲਾ ਕਰਦੇ ਹੋ ਕਿ ਸਾਨੂੰ ਮਨਜ਼ੂਰ ਹੈ। ਸੋ ਉਸ ਵਕਤ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਨੇ ਇਹ ਜਿਹੜਾ ਫੈਸਲਾ
ਕਿਉਂਕਿ ਜਨਰਲ ਐਲਾਰਡ ਅਤੇ ਜਨਰਲ ਵੈਂਤੂਰਾ ਜਿਹੜੇ ਕਿ ਉਸ ਵਕਤ ਦੇ ਮੰਨੇ ਪ੍ਰਮੰਨੇ ਜਰਨੈਲ, ਜਿਹੜਾ ਨੈਪੋਲੀਅਨ ਜਰਨੈਲ ਸੀ, ਜਿਹੜਾ ਕਿ ਵਰਲਡ ਦਾ ਸਭ ਤੋਂ ਵੱਡਾ ਜਰਨੈਲ ਸੀ, ਜਦ ਉਹ ਜੰਗ ਹਾਰ ਗਿਆ ਤਾਂ ਜਨਰਲ ਐਲਾਰਡ, ਜਨਰਲ ਵੈਂਤੂਰਾ ਇਹ ਦੋਵੇਂ ਹੀ ਬੜਾ ਹੀ ਜ਼ਿਆਦਾ ਸਾਰੇ ਪਾਸੇ ਘੁੰਮਣ ਲੱਗ ਪਏ ਕਿ ਸਭ ਤੋਂ ਵਧੀਆ ਜਰਨੈਲ ਕੌਣ ਹੈ। ਉਸ ਵਕਤ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਇਹ ਦੋਵੇਂ ਜਰਨੈਲ ਆਏ। ਮਹਾਰਾਜਾ ਰਣਜੀਤ ਸਿੰਘ ਜੀ ਨੇ ਦੋ ਸ਼ਰਤਾਂ ਰੱਖੀਆਂ, ਕਿਉਂਕਿ ਉਹਨਾਂ ਨੇ ਬੜੇ ਹੀ ਰਾਜਨੀਤੀ ਦੇ ਵਿੱਚ ਬੜੇ ਹੀ ਪ੍ਰਪੱਕ ਸਨ। ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਕਿ ਹੁਣ ਅੰਗਰੇਜ਼ ਜੇ ਇੱਥੇ ਆ ਗਏ ਤਾਂ ਅੰਗਰੇਜ਼ਾਂ ਨੂੰ ਮਾਰਨ ਦੇ ਲਈ ਸਾਨੂੰ ਅੰਗਰੇਜ਼ਾਂ ਦਾ ਢੰਗ ਤਰੀਕਾ ਆਉਣਾ ਚਾਹੀਦਾ ਹੈ। ਜੇ ਅਸੀਂ ਪੁਰਾਣੇ ਤਰੀਕੇ ਦੇ ਨਾਲ ਲੜੇ ਤਾਂ ਸ਼ਾਇਦ ਅਸੀਂ ਹਾਰ ਸਕਦੇ ਹਾਂ। ਸੋ ਉਹਨਾਂ ਨੇ ਦੋ ਸ਼ਰਤਾਂ ਰੱਖੀਆਂ ਦੋਵਾਂ ਦੇ ਅੱਗੇ ਹੀ ਕਿ ਜਨਰਲ ਐਲਾਰਡ ਅਤੇ ਜਨਰਲ ਵੈਂਤੂਰਾ ਦੇ ਅੱਗੇ ਸ਼ਰਤਾਂ ਰੱਖੀਆਂ ਕਿ ਇੱਕ ਤਾਂ ਮੇਰੀ ਫੌਜ ਦੇ ਵਿੱਚ ਰਹਿ ਕੇ ਤੁਸੀਂ ਦਾੜੀ ਕੇਸ ਨਹੀਂ ਕਟਾਉਣੇ, ਦੂਸਰੀ ਸ਼ਰਤ ਹੈ ਕਿ ਤੁਸੀਂ ਤੰਬਾਕੂ ਨਹੀਂ ਖੇਡਣਾ, ਤੰਬਾਕੂ ਨਹੀਂ ਖਾਣਾ, ਹੁੱਕਾ ਨਹੀਂ ਪੀਣਾ, ਇਹ ਸਭ ਕੁਝ ਨਹੀਂ ਕਰਨਾ, ਸਿਗਰਟ ਨਹੀਂ ਪੀਣੀ। ਸੋ ਜਨਰਲ ਐਲਾਰਡ, ਜਨਰਲ ਵੈਂਤੂਰਾ ਨੇ ਦੋਵੇਂ ਹੀ ਸ਼ਰਤਾਂ ਮਨਜ਼ੂਰ ਕੀਤੀਆਂ। ਸੋ ਭਾਈ ਸਾਹਿਬ, ਭਾਈ ਅਕਾਲੀ ਫੂਲਾ ਸਿੰਘ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਸਾਹਮਣੇ ਜਦ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਨੇ ਕਿਹਾ ਕਿ ਬਾਬਾ ਜੀ ਭੰਗੀਆਂ ਵਾਲੀ ਜਿਹੜੀ ਤੋਪ ਹੈ ਉਹ ਵੀ ਇਹਦੀ ਆ ਰਹੀ ਹੈ, ਦੋਵੇਂ ਹੀ ਜਨਰਲ ਐਲਾਰਡ ਅਤੇ ਜਨਰਲ ਵੈਂਤੂਰਾ ਇਹ ਦੋਵੇਂ ਵੀ ਇਹਦੇ ਪਿੱਛੇ ਹਨ, ਆਪਾਂ ਅਤੇ ਜੰਗ ਰੋਕ ਦਈਏ। ਬਾਬਾ ਜੀ, ਬਾਬਾ ਫੂਲਾ ਸਿੰਘ ਜੀ ਬੜੇ ਗੁੱਸੇ ਵਿੱਚ ਆ ਗਏ, ਕਹਿਣ ਲੱਗੇ ਤੁਹਾਨੂੰ ਤਾਂ ਭਰੋਸਾ ਹੋਵੇਗਾ ਤੋਪਾਂ ਦੇ ਉੱਤੇ, ਜਨਰਲਾਂ ਦੇ ਉੱਤੇ, ਪਰ ਮੈਨੂੰ ਵਾਹਿਗੁਰੂ ਅਕਾਲ ਪੁਰਖ ਜੀ ਦੇ ਉੱਤੇ ਭਰੋਸਾ ਹੈ। ਸੋ ਉਹਨਾਂ ਨੇ ਆਪਣੀ ਅਕਾਲੀ ਫੌਜਾਂ ਨੂੰ ਕਿਹਾ ਕਿ ਜਿਹੜੇ 1400 ਸਵਾਰ ਸਨ, ਕਹਿਣ ਲੱਗੇ ਕਿ ਨਗਾਰੇ ਚੋਬਾ ਲਾ ਦਿਓ, ਆਪਾਂ ਜੰਗ ਲੜਨੀ ਹੈ। ਸੋ ਉਹਨਾਂ ਨੇ ਨਗਾਰੇ ਤੇ ਚੋਬਾ ਲਾ ਦਿੱਤੀਆਂ, ਨਗਾਰਾ ਵਜਾ ਦਿੱਤਾ ਅਤੇ ਉਹ ਜਿਹੜਾ ਲੁੰਡਾ ਦਰਿਆ ਸੀ ਉਹ ਪਾਰ ਕਰ ਗਏ, ਜੰਗ ਸ਼ੁਰੂ ਕਰ ਦਿੱਤੀ। ਮਹਾਰਾਜਾ ਰਣਜੀਤ ਸਿੰਘ ਤੱਕ ਖਬਰ ਪਹੁੰਚੀ, ਕਹਿਣ ਲੱਗਾ ਕਿ ਬਾਬਾ ਜੀ ਲੜਨਾ ਚਲੇ ਗਏ ਹਨ, ਹੁਣ ਪਰ ਆਪਾਂ ਪਿੱਛੇ ਨਹੀਂ ਹਟਣਾ। ਸੋ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਵੀ ਉਹ ਦਰਿਆ ਪਾਰ ਕਰ ਦਿੱਤਾ, ਜੰਗ ਛਿੜ ਗਿਆ। ਬੜਾ ਹੀ ਜ਼ਿਆਦਾ ਘਮਸਾਣ ਦਾ ਜੰਗ ਹੋਇਆ। ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਜਿਹੜੇ ਕਿ ਬੜੇ ਹੀ ਬਲਵਾਨ ਸਨ, ਉਹ ਘੋੜੇ ਤੇ ਚੜ੍ਹ ਕੇ ਲੜ ਰਹੇ ਸਨ। ਪਠਾਨਾਂ ਨੇ ਜਿਹੜੀਆਂ ਗੋਲੀਆਂ ਸਨ, ਗੋਲੀਆਂ ਚਲਾ ਰਹੇ ਸਨ ਕਿਉਂਕਿ ਉਹ ਉੱਚੀ ਜਗ੍ਹਾ ਤੇ ਬੈਠੇ ਸਨ। ਵੱਡੀਆਂ ਲਾਠੀਆਂ 5 ਮੀਟਰ 6 ਮੀਟਰ ਦਾਲੀਆਂ ਵਾਲੀਆਂ ਜਿਹੜੀਆਂ ਕਿ ਬੜੀਆਂ ਵੱਡੀਆਂ ਹੁੰਦੀਆਂ ਹਨ, ਉਹਨਾਂ ਦੇ ਵਿੱਚ ਸਟਾਕੀ ਦੀ ਗੋਲੀ ਪੈਂਦੀ ਹੈ। ਸੋ ਐਸੀਆਂ ਬੰਦੂਕਾਂ ਉਹਨਾਂ ਦੇ ਕੋਲ ਸਨ। ਸੋ ਜੰਗ ਦੋਵੇਂ ਪਾਸੇ ਛਿੜ ਗਈ, ਬੜਾ ਹੀ ਜ਼ਿਆਦਾ ਘਮਸਾਣ ਦਾ ਯੁੱਧ ਹੋਇਆ। ਸੋ ਬਾਬਾ ਜੀ ਦੇ ਘੋੜੇ ਨੂੰ ਇੱਕ ਗੋਲੀ ਲੱਗ ਗਈ, ਘੋੜਾ ਸ਼ਹੀਦ ਹੋਇਆ। ਪਿੱਛੋਂ ਹਾਥੀ ਬਾਬਾ ਜੀ ਦੇ ਲਈ ਆਇਆ। ਉਹ ਜੰਗ ਏਡਾ ਕੁ ਜ਼ਿਆਦਾ ਭਿਆਨਕ ਸੀ ਕਿ ਇੱਕ ਵਾਰੀ ਤਾਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਭੈਭੀਤ ਹੋ ਕੇ ਧੰਨ ਗੁਰੂ ਰਾਮਦਾਸ ਸਾਹਿਬ ਦਾ ਨਾਮ ਜਪਣ ਲੱਗ ਪਏ। ਸੋ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਜੰਗ ਲੜ ਰਹੇ ਸਨ ਅਤੇ ਉਹਨਾਂ ਦੀ ਫੌਜ ਦਾ ਹੀ ਇੱਕ ਜਰਨੈਲ ਸਿੰਘ ਆਇਆ, ਕਹਿਣ ਲੱਗਾ ਕਿ ਰਣਜੀਤ ਸਿੰਘ ਜੀ ਹੁਣ ਆਪਾਂ ਜੰਗ ਲੜਨੀ ਹੈ, ਹੁਣ ਤੁਸੀਂ ਨਾਮ ਜਪਣਾ ਛੱਡੋ, ਨਾਮ ਬਾਅਦ ਜਪ ਲਿਓ, ਹੁਣ ਤਾਂ ਆਪਾਂ ਜੰਗ ਲੜਨ ਦਾ ਟਾਈਮ ਹੈ, ਸ਼ਹੀਦੀਆਂ ਪਾਉਣ ਦਾ ਟਾਈਮ ਹੈ। ਉਸੇ ਵਕਤ ਹੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਮਿਆਰ ਦੇ ਵਿੱਚੋਂ ਤਲਵਾਰ ਕੱਢੀ ਅਤੇ ਜੰਗ ਵਿੱਚ ਆ ਗਏ। ਉਸ ਵਕਤ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਹਾਥੀ ਉੱਤੇ ਚੜ੍ਹ ਕੇ ਆਪਣੇ ਫੌਜਾਂ ਨੂੰ ਬੜਾ ਹੀ ਜ਼ਿਆਦਾ ਦਿਲਾਸਾ ਦੇ ਰਹੇ ਸਨ। ਕਿਸੇ ਕੋ ਕੋਈ ਗੱਲ ਨਹੀਂ ਹੈ, ਆਪਾਂ ਅਕਾਲ ਪੁਰਖ ਦੀ ਫੌਜ ਹਾਂ, ਖਾਲਸਾ ਅਕਾਲ ਪੁਰਖ ਦੀ ਫੌਜ, ਦੇਹ ਸੇਵਾ ਪਰ ਮੋਹਿ ਹੈ, ਸਭ ਕਰਮਨ ਤੇ ਕਬੂ ਨਾ ਡਰੋ। ਐਸੀਆਂ ਵੀਰ ਅਸੀਂ ਬਾਣੀ ਦੀਆਂ ਤੁਕਾਂ ਵੀ ਸੁਣਾ ਕੇ ਜਿਹੜੀਆਂ ਫੌਜਾਂ ਸਨ ਉਹਨਾਂ ਫੌਜਾਂ ਨੂੰ ਦਿਲਾਸਾ ਦੇ ਰਹੇ ਸਨ। ਉਸ ਵਕਤ ਬਾਬਾ ਜੀ ਦੇ ਬਖਤਸਰ ਇੱਥੇ ਮੱਥੇ ਦੇ ਵਿਚਕਾਰ ਗੋਲੀਆਂ ਦੋ ਆ ਕੇ ਵੱਜੀਆਂ। ਬਾਬਾ ਜੀ ਵੱਡਾ ਦਮਾਲਾ ਫਰਲੇ ਵਾਲਾ ਬੰਦ ਸਨ। ਉਹ ਫਰਲੇ ਵਾਲਾ ਦਮਾਲਾ ਬਾਬਾ ਜੀ ਅਗਲੇ ਪਾਸੇ ਨੂੰ ਡਿੱਗੇ, ਹਾਥੀ ਨੂੰ ਥੱਲੇ ਤੇ ਨਹੀਂ ਪਰ ਅਗਲੇ ਪਾਸੇ ਨੂੰ ਡਿੱਗੇ।
ਹੋਇਆ 2.5-3 ਲੱਖ ਜਿਹੜੀਆਂ ਮੁਗਲ ਫੌਜਾਂ ਸਨ